जादुई है ये जहां। कल मैं कहीं और था, आज मैं हूं यहां। कभी शून्य है भीतर, कभी विचार हैं हजार। कभी भीड़ ही भीड़ है, तो कभी खाली है बाजार। तो क्यों ना इस हलचल को माचिस की डिब्बी में बंद कर सुकून की तीलियों से दिल में उजाला किया जाए। यही तो पाना है, यही तो पाया है। रोना धोना छोड़, यहां सब माया है। ਅੱਜ ਅਸੀਂ ਨਿਕਲ ਗਏ ਹੌਲੀ ਤੋਂ ਗੋਬਿੰਦ ਘਾਟ ਜਾ ਰਹੇ ਹਾਂ। ਬੜਾ ਸੋਹਣਾ ਮੌਸਮ ਤੇ ਨਜ਼ਾਰੇਦਾਰ ਮੌਸਮ ਆ ਵੀ ਪੂਰਾ। ਬੱਦਲ ਛਾਏ ਹੋਏ ਨੇ, ਹਰੇ ਹਰੇ ਪਹਾੜ ਨੇ, ਸ਼ਾਂਤ ਵਾਤਾਵਰਨ, ਵਧੀਆ ਵਾਤਾਵਰਨ। ਦੇਖੋ ਸਾਰੇ ਮਿੱਤਰ ਪਿਆਰੇ ਆ ਰਹੇ ਨੇ। जोशीमठ तो गोविंद घाट की दूरी लगभग 20 किलोमीटर। टर्न्स होने करके ज़्यादा मोटेड होने करके थोड़ा देर समा लग जाता है। बस सानू इसे पहुंचने में समय लगा 45 मिनट। ये रास्ता वैसे तो बहुत सोहना है, पर थोड़ा जिहा कंस्ट्रक्शन का काम चल रहा है, रस्ते को वाइड करने का काम चल रहा है। तो आने वाले समय के लिए बहुत ज़्यादा वधिया होगा। ਅਸੀਂ ਪਹੁੰਚ ਚੁੱਕੇ ਹਾਂ ਗੋਬਿੰਦ ਘਾਟ। ਗੋਬਿੰਦ ਘਾਟ ਤੋਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦਾ ਰਸਤਾ ਸਾਨੂੰ ਪੈਦਲ ਯਾਤਰਾ ਕਰਕੇ ਪੂਰਾ ਕਰਨਾ ਹੋਵੇਗਾ। ਤਾਂ ਹੁਣ ਇਹ ਰਸਤਾ ਜਿਹੜਾ ਡਾਇਵਰਜ ਹੋ ਜਾਂਦਾ ਹੈ। ਲੈਫਟ ਸਾਈਡ ਜਿਹੜਾ ਹੈ ਰਸਤਾ ਬਦਰੀਨਾਥ ਨੂੰ ਜਾਂਦਾ ਹੈ, ਪਰ ਅਸੀਂ ਜਾਣਾ ਹੈ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ। ਗੋਬਿੰਦ ਘਾਟ ਚਮੋਲੀ ਡਿਸਟ੍ਰਿਕਟ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਹੈ। ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਅਲਕਨੰਦਾ ਰਿਵਰ ਦੇ ਕੰਢੇ ਸਥਿਤ ਹੈ। ਇੱਥੇ ਯਾਤਰੀਆਂ ਦੇ ਰਹਿਣ ਦਾ ਵੀ ਪ੍ਰਬੰਧ ਹੈ ਤੇ ਯਾਤਰੀਆਂ ਦੇ ਵਹੀਕਲ ਪਾਰਕ ਕਰਨ ਦਾ ਵੀ ਪ੍ਰਬੰਧ ਹੈ। ਤਾਂ ਆਓ ਆਪਾਂ ਕੁਝ ਸਮਾਂ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਵਿੱਚ ਗੁਜ਼ਾਰਦੇ ਹਾਂ। ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਗੋਬਿੰਦ ਘਾਟ। ਹਾਂਜੀ, ਗੋਬਿੰਦ ਘਾਟ ਦੇ ਵਿੱਚ ਹਾਂ ਕਾਫੀ ਬਦਲਾਅ ਉੱਥੇ ਆ ਚੁੱਕੇ ਨੇ ਪਿਛਲੇ ਕੁਝ ਸਮੇਂ ਦੇ ਦੌਰਾਨ। ਜਿਵੇਂ ਤੁਸੀਂ ਦੇਖ ਰਹੇ ਹੋ, ਇੱਥੋਂ ਦਾ ਬਾਜ਼ਾਰ ਹੈ, ਇੱਥੋਂ ਦਾ ਜੋ ਐਂਟਰੈਂਸ ਹੈ ਪੂਰੀ ਤਰ੍ਹਾਂ ਇਹ ਬਦਲ ਚੁੱਕਿਆ ਹੈ। ਹਾਂਜੀ, ਕਿੱਦਾਂ ਲੱਗ ਰਿਹਾ? ਚੇਂਜਸ ਲੱਗ ਰਹੇ ਤੁਹਾਨੂੰ ਕਿ ਮੈਨੂੰ ਲੱਗ ਰਿਹਾ? ਬਹੁਤ ਜ਼ਿਆਦਾ ਬਦਲਾਅ ਹੋ ਚੁੱਕੇ ਨੇ। ਵੈਸੇ ਵੀ ਆਪਾਂ ਇੱਥੇ ਅੱਜ 10 ਸਾਲਾਂ ਬਾਅਦ ਆਏ ਆ। ਮੈਨੂੰ ਇਹ ਲੱਗ ਰਿਹਾ ਸ਼ਾਇਦ ਇਹ ਜਿਹੜੀ ਹੈਗੀ ਹੈ ਕਵਰ ਜਿਹੜਾ ਕੀਤਾ ਇਹਨਾਂ ਨੇ ਪਹਿਲਾਂ ਨਹੀਂ ਸੀਗਾ। ਨਹੀਂ, ਪਹਿਲਾਂ ਨਹੀਂ ਸੀ ਜੀ। ਇਹ ਯਾਤਰੀਆਂ ਦੀ ਸਹੂਲਤਾਂ ਦੇ ਲਈ ਬਹੁਤ ਕੁਝ ਕੀਤਾ ਹੈ। ਚਲੋ ਬਾਕੀ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਕੀ ਕੁਝ ਬਦਲਾਅ ਆਏ ਹਨ। ਇੱਥੇ ਇੱਕ ਇਨਕੁਆਇਰੀ ਆਫਿਸ ਬਣਿਆ ਹੋਇਆ ਹੈ ਜਿੱਥੇ ਤੁਸੀਂ ਆਪਣੇ ਕਮਰਿਆਂ ਬਾਰੇ ਪੁੱਛਗਿੱਛ ਕਰ ਸਕਦੇ ਹੋ ਤੇ ਬੁਕਿੰਗ ਕਰਵਾ ਸਕਦੇ ਹੋ। ਤਾਂ ਰਸੀਦ ਦਫ਼ਤਰ ਦੇ ਵਿੱਚ ਤੁਸੀਂ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਬਾਅਦ ਆਪਣਾ ਪ੍ਰਸ਼ਾਦ ਪ੍ਰਾਪਤ ਕਰ ਸਕਦੇ ਹੋ। ਅਸੀਂ ਜਾ ਰਹੇ ਹਾਂ ਲੰਗਰ ਹਾਲ ਵੱਲ। ਇੱਥੋਂ ਦਾ ਲੰਗਰ ਹਾਲ ਬਹੁਤ ਵੱਡਾ ਬਣਿਆ ਹੋਇਆ ਹੈ। ਹਰ ਸਮੇਂ ਇੱਥੇ ਯਾਤਰੀਆਂ ਨੂੰ ਲੰਗਰ ਤਿਆਰ ਮਿਲਦਾ ਹੈ।
ਜਿਸ ਤਰ੍ਹਾਂ ਸਾਡੀ ਹਰ ਯਾਤਰਾ ਦੀ ਸ਼ੁਰੂਆਤ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਕੀਤੀ ਹੈ, ਉਸੇ ਤਰ੍ਹਾਂ ਅਸੀਂ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਪੈਦਲ ਯਾਤਰਾ ਦੀ ਸ਼ੁਰੂਆਤ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕਰਾਂਗੇ। ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਇਹ ਯਾਤਰਾ ਸਫਲ ਹੋਵੇ, ਅਸੀਂ ਇਹਨੂੰ ਚੰਗੀ ਤਰ੍ਹਾਂ ਪੂਰਨ ਕਰ ਸਕੀਏ। ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਛੋਟਾ ਜਿਹਾ ਬਾਜ਼ਾਰ ਬਣਿਆ ਹੋਇਆ ਹੈ, ਜਿੱਥੇ ਤੁਹਾਨੂੰ ਕੀ ਚੇਨ, ਕੜੇ, ਰੁਮਾਲਾ ਸਾਹਿਬ, ਧਾਰਮਿਕ ਪੁਸਤਕਾਂ, ਧਾਰਮਿਕ ਤਸਵੀਰਾਂ ਆਦਿ ਮਿਲਣਗੀਆਂ। ਤੁਸੀਂ ਇੱਥੋਂ ਖਰੀਦ ਸਕਦੇ ਹੋ। ਇੱਥੇ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ, ਜਿਹੜੀ ਪੈਦਲ ਯਾਤਰਾ ਦੇ ਲਈ ਤੁਹਾਨੂੰ ਲੋੜ ਪਵੇਗੀ, ਉਹ ਹੈ ਸਟਿਕ ਦੀ। ਤਾਂ ਸਟਿਕ ਤੁਹਾਨੂੰ ਚੱਲਣ ਦੇ ਵਿੱਚ ਬਹੁਤ ਹੈਲਪ ਕਰੇਗੀ। ਤੁਸੀਂ ਇਹ ਵੀ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਜ਼ਰੂਰਤ ਮਹਿਸੂਸ ਹੁੰਦੀ ਹੈ। ਬਰਸਾਤੀ ਲੈ ਸਕਦੇ ਹੋ ਤੁਸੀਂ, ਕਿਉਂਕਿ ਰਾਸਤੇ ਦੇ ਵਿੱਚ ਦੁਪਹਿਰ ਤੋਂ ਬਾਅਦ ਬਾਰਿਸ਼ ਜ਼ਰੂਰ ਹੋ ਜਾਂਦੀ ਹੈ ਉੱਥੇ, ਤਾਂ ਉਸ ਤੋਂ ਬਚਣ ਲਈ ਤੁਹਾਨੂੰ ਇਸ ਦੀ ਲੋੜ ਪਵੇਗੀ। ਹੋਰ ਵੀ ਕਈ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਇੱਥੋਂ ਤੁਹਾਨੂੰ ਮਿਲ ਜਾਣਗੀਆਂ, ਤਾਂ ਤੁਸੀਂ ਯਾਤਰਾ ਦੇ ਵਿੱਚ ਜਿਹੜੀਆਂ ਤੁਹਾਡੇ ਕੰਮ ਆਉਣਗੀਆਂ। ਤਾਂ ਅਸੀਂ ਚੱਲੇ ਹਾਂ ਹੁਣ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਸ਼ੁਰੂ ਕਰਨ। ਤਾਂ ਉਸ ਤੋਂ ਪਹਿਲਾਂ ਸਾਨੂੰ ਇੱਥੇ ਰੋਕਿਆ ਗਿਆ, ਸਾਡਾ ਰਜਿਸਟ੍ਰੇਸ਼ਨ ਚੈੱਕ ਕੀਤਾ ਗਿਆ, ਸਾਡੇ ਵੈਕਸੀਨੇਸ਼ਨ ਦੀ ਸੈਕਿੰਡ ਡੋਜ਼ ਦੀ ਰਿਪੋਰਟ ਚੈੱਕ ਕੀਤੀ ਗਈ। ਨਵੇਂ ਸਫ਼ਰ ਦੀ ਸ਼ੁਰੂਆਤ ਪੁਲ ਦੇ ਉੱਪਰ ਦੀ। ਪਹਿਲਾਂ ਇਸ ਰਸਤੇ ਵੱਲ ਦੀ ਤੁਰ ਕੇ ਆਉਂਦੇ ਹੁੰਦੇ ਸੀਗੇ, ਪਰ ਹੁਣ ਤੁਸੀਂ ਇੱਥੇ ਆਪਦੇ ਸਾਧਨ ਰਾਹੀਂ ਜਾ ਸਕਦੇ ਹੋ। बहुत तगड़ा एडवेंचर है, सारी की सारी ऑफ रोड है। फूलों की घाटी राष्ट्रीय पार्क में आपका स्वागत है। थैंक यू। यह लगभग 3 किलोमीटर का सफर है, जोड़ा कि अभी मोटरसाइकिल के उपर अपने बब्बू घाट के राही करांगे। उस तो बाद बाकी का सारा सफर जो 13 किलोमीटर होएगा पैदल होएगा। बच गए थले। ये सब ਤੁਹਾਡੇ ਲਈ ऑप्शनल है। जे कि ਤੁਸੀਂ ਗੋਬਿੰਦ ਘਾਟ ਤੋਂ ਪੈਦਲ भी जाना चाहते हो तो पैदल भी जा सकते हो। जे ਤੁਸੀਂ अपना साधन ਜਾਂ कोई व्हीकल ਅੱਗੇ 3 किलोमीटर तक लेके जाना चाहते हो तो लेके जा सकते हो। पर सड़क सारी इसी तरह की मिलेगी ਤੁਹਾਨੂੰ। जबरदस्त वाला ऑफ रोड, जबरदस्त वाला। तो अपने आप को इस रोड ਲਈ ਪਹਿਲਾਂ ਹੀ ਤਿਆਰ ਕਰਕੇ ਲੈ ਕੇ ਆਉਣਾ ਜੇ ਤੁਸੀਂ ਇਸ ਰੋਡ ਵਾਸਤੇ ਆ ਰਹੇ ਹੋ। ਬਾਰਿਸ਼ ਦੀ ਵੀ ਪੂਰੀ ਤਿਆਰੀ ਲੱਗ ਰਹੀ ਹੈ, ਬੱਦਲ ਇਕੱਠੇ ਹੋ ਰਹੇ ਨੇ। ਕਿਆ ਬਾਤ ਹੈ, ਟਰੈਕਟਰ ਵਾਲੇ ਭਰਾ ਜੀ ਵੀ ਆ ਰਹੇ ਸਾਡੇ। ਇੱਥੇ ਅਸੀਂ ਆਪਣੀ ਮੋਟਰਸਾਈਕਲ ਲਗਾਤੀ। ਹੁਣ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਤਿਆਰੀ ਅਗਲੀ ਅੱਗੇ ਜਾਣ ਵਾਸਤੇ। ਇਸ ਤੋਂ ਬਾਅਦ ਸਾਰਾ ਰਸਤਾ ਜੋ ਹੈ ਪੈਦਲ ਸ਼ੁਰੂ ਹੋ ਜਾਵੇਗਾ। ਸਾਰਾ ਸਫ਼ਰ ਅਸੀਂ ਹੁਣ ਪੈਦਲ ਕਰਾਂਗੇ। ਲਗਭਗ 3 ਕਿਲੋਮੀਟਰ ਮੋਟਰਸਾਈਕਲ 'ਤੇ ਕਰਨ ਤੋਂ ਬਾਅਦ ਅਸੀਂ ਇੱਕ ਪੈਦਲ ਜਾਵਾਂਗੇ। ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ, ਬਹੁਤ ਸਾਰੇ ਲੋਕ ਇੱਥੇ ਗੱਡੀਆਂ ਲੈ ਕੇ ਆ ਜਾਂਦੇ ਹਨ। ਸਿਰਫ ਯਾਤਰੂਆਂ ਦੀ ਸਹੂਲਤ ਲਈ ਇਹ ਥਾਂ ਬਣਾਈ ਗਈ ਹੈ। ਜੋ 16 ਕਿਲੋਮੀਟਰ ਦਾ ਸਫ਼ਰ ਸੀ, ਹੁਣ ਉਹ ਪੈਦਲ ਯਾਤਰਾ ਦੇ ਵਿੱਚ ਸਿਰਫ 13 ਕਿਲੋਮੀਟਰ ਦਾ ਰਹਿ ਗਿਆ ਹੈ। ਪਰ ਅੱਜ ਵੀ ਕੁਝ ਯਾਤਰੂ ਗੋਬਿੰਦ ਘਾਟ ਤੋਂ ਹੀ ਪੈਦਲ ਇੱਥੇ ਆਉਂਦੇ ਹਨ ਅਤੇ ਸਾਰਾ ਸਫ਼ਰ
ਪੈਦਲ ਹੀ ਪੂਰਾ ਕਰਦੇ ਹਨ। ਕਿੰਨੇ ਖੂਬਸੂਰਤ ਨਜ਼ਾਰੇ ਨੇ ਕੁਦਰਤ ਦੇ ਇੱਥੇ, ਸ਼ਾਨਦਾਰ ਤੇ ਜਾਨਦਾਰ। ਹਾਂਜੀ, ਇਹ ਫੁੱਲ ਅਸੀਂ ਦੇਖ ਰਹੇ ਸੀਗੇ ਕਿ ਬੜੇ ਅਲੱਗ ਜਿਹੇ, ਸਾਨੂੰ ਪਹਿਲਾਂ ਤਾਂ ਐ ਲੱਗਿਆ ਵੀ ਜਿਵੇਂ ਆਰਟੀਫੀਸ਼ੀਅਲ ਲੱਗੇ ਹੁੰਦੇ ਆ। ਪਹਿਲੀ ਵਾਰੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਵੇਂ ਜਿਹੇ ਫੁੱਲ ਦੇਖੇ ਆ ਜਿਨ੍ਹਾਂ ਦੇ ਵਿੱਚ ਸੈਪਲਸ ਜਿਹੜੇ ਹੈਗੇ ਆ ਰੈੱਡ ਕਲਰ ਦੇ ਆ ਤੇ ਇਹਨਾਂ ਦੇ ਜਿਹੜੇ ਪੈਟਲਸ ਹੈ ਪਰਪਲ ਕਲਰ ਦੇ ਹੈ। ਬਹੁਤ ਹੀ ਅਜੀਬੋ-ਗਰੀਬ, ਮਤਲਬ ਸਮਝ ਨਹੀਂ ਆ ਰਹੀ। ਮੈਂ ਕਦੀ ਨਹੀਂ ਦੇਖਿਆ ਇਹ ਫੁੱਲ, ਨਾ ਤਾਂ ਬੁੱਕਸ ਦੇ ਵਿੱਚ ਦੇਖਿਆ, ਨਾ ਨੈਟ ਦੇ ਉੱਤੇ ਦੇਖਿਆ ਤੇ ਨਾ ਹੀ ਮੈਂ ਰੀਅਲ 'ਚ ਤਾਂ ਪਹਿਲੀ ਵਾਰ ਦੇਖ ਰਹੀ ਹਾਂ। ਤਾਂ ਤੁਸੀਂ ਜ਼ਰੂਰ ਸਾਨੂੰ ਦੱਸਿਓ, ਜੇ ਕਿਸੇ ਨੂੰ ਵੀ ਪਤਾ ਹੈ ਇਹਨਾਂ ਫੁੱਲਾਂ ਬਾਰੇ ਤਾਂ ਦੱਸਿਓ ਸਾਨੂੰ। ਬਾਈ ਜੀ ਨੇ ਦੱਸਿਆ ਉਹਨੇ ਇੱਥੇ ਜਿਹੜੇ ਹੈਗੇ ਜਿਨ੍ਹਾਂ ਦੇ ਲੱਗੇ ਹੈ ਕੇਦਾਰਨਾਥ ਤੋਂ ਕਹਿੰਦੇ ਲੈ ਕੇ ਆਉਂਦੇ ਅਸੀਂ, ਤੇ 12 ਮਹੀਨੇ ਇਹਨਾਂ ਦੇ ਵਿੱਚ ਫੁੱਲ ਖਿੜੇ ਰਹਿੰਦੇ ਆ। ਪੈਦਲ ਯਾਤਰਾ ਸ਼ੁਰੂ ਹੋ ਚੁੱਕੀ ਹੈ, ਸਾਡੇ ਸਾਥੀਆਂ ਨੇ ਸ਼ੁਰੂ ਕਰ ਲਈ ਹੈ। ਹਾਂਜੀ, ਕਿਵੇਂ ਸ਼ੁਰੂ ਲੱਗ ਰਿਹਾ ਸ਼ੁਰੂਆਤ ਦੇ ਵਿੱਚ? ਵਧੀਆ ਲੱਗ ਰਿਹਾ ਹੈ, ਮਜ਼ਾ ਆਊਗਾ। ਸਿੱਧੀ ਚੜਾਈ ਹੈ, ਜ਼ਬਰਦਸਤ। ਹੌਲੀ ਹੌਲੀ ਸ਼ਰਧਾਲੂ ਯਾਤਰੀ ਉਸ ਪਰਮਾਤਮਾ ਦੀ ਬੰਦਗੀ ਕਰਦੇ ਹੋਏ ਗੋਬਿੰਦ ਧਾਮ ਪਹੁੰਚਣਗੇ ਤੇ ਅੱਜ ਵੀ ਅਸੀਂ ਉਸ ਪਰਮਾਤਮਾ ਦਾ ਨਾਮ ਲੈਂਦੇ ਹੋਏ ਗੋਬਿੰਦ ਧਾਮ ਪਹੁੰਚਾਂਗੇ। ਤੁਸੀਂ ਵੀ ਸਾਡੇ ਨਾਲ ਅੱਜ ਇਸ ਸਫ਼ਰ ਦਾ ਆਨੰਦ ਮਾਣੋ। ਇਹ ਤਾਂ ਲੱਗਦਾ ਹੁਣੀ ਖੜ ਗਏ ਨੇ। ਨਹੀਂ ਜੀ, ਬਿਲਕੁਲ ਨਹੀਂ, ਤੁਸੀਂ ਅੱਗੇ ਆ ਗਏ ਸੀ। ਇਹਨਾਂ ਥਾਵਾਂ ਦੇ ਉੱਪਰ ਆ ਕੇ ਤੁਹਾਡੀ ਫਿਜ਼ੀਕਲ ਫਿਟਨੈਸ, ਸਰੀਰਕ ਸਮਰੱਥਾ ਦਾ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਕੁ ਫਿੱਟ ਹੋ। ਚਲੋ ਚੱਲਦੇ ਨਾਲ ਨਾਲ। ਮੌਸਮ ਬਹੁਤ ਵਧੀਆ, ਦੇਖੋ ਕਿਆ ਬਾਤ ਹੈ। ਵੀ ਇੱਥੋਂ ਦੇ ਮੌਸਮ ਦੀ ਖਾਸੀਅਤ ਹੈ, ਸਵੇਰੇ ਮੌਸਮ ਸਾਫ਼ ਰਹਿੰਦਾ ਹੈ, ਸ਼ਾਮ ਨੂੰ ਉੱਥੇ ਬਾਰਿਸ਼ ਵਗੈਰਾ ਲਗਭਗ ਰੋਜ਼ ਦੀ ਰੋਜ਼ ਹੋ ਜਾਂਦੀ ਹੈ। ਜਿਨ੍ਹਾਂ ਨੇ ਆਪਣਾ ਭਾਰ ਘਟਾਉਣਾ ਹੋਵੇ ਨਾ, ਉੱਥੇ ਆ ਜਾਓ ਵੀ। ਉੱਥੇ ਆ ਕੇ ਪਤਾ ਲੱਗਦਾ ਕਿ ਆਪਾਂ ਨੇ ਜੋਗਰ ਪਾਰਕ ਦੇ ਵਿੱਚ ਕਿਸੇ ਗਰਾਊਂਡ ਦੇ ਵਿੱਚ ਕਿੰਨੀਆਂ ਗੇੜੇ ਲਾਏ ਨੇ ਤੇ ਕਿਸ ਤਰ੍ਹਾਂ ਗੇੜੇ ਲਾਏ ਨੇ ਜੀ। ਰੋਜ਼ ਇਹ ਜੋਗਰਸ ਪਾਰਕ ਜਾਂਦੇ ਸੀਗੇ, ਮੈਨੂੰ ਪਤਾ ਨਹੀਂ ਗੇੜੇ ਲਾਉਂਦੇ ਸੀ ਕਿ ਨਹੀਂ। ਅੱਜ ਦਿਖ ਜੂਗਾ, ਜੇ ਲਾਏ ਹੋਏ ਤਾਂ ਪਤਾ ਲੱਗ ਜੂ, ਜੇ ਨਾ ਲਾਏ ਤਾਂ ਵੀ ਪਤਾ ਲੱਗ ਜੂਗਾ। ਦੇਖਦੇ ਆ ਕਿ ਤੁਹਾਨੂੰ ਹੈਲੀਕਾਪਟਰ ਨਜ਼ਰ ਆਉਂਦਾ ਕਿ ਆਉਂਦਾ। ਸਾਡੇ ਸਾਥੀ ਹੈਲੀਕਾਪਟਰ ਤੇ ਹੀ ਹੋਏ ਪਏ ਆ, ਉੱਥੇ ਹੀ ਖੜਿਆ ਨਹੀਂ ਹੈਗੇ। ਉਹ ਦੇਖੋ ਹੋ ਗਿਆ। ਬਹੁਤ ਸਪੀਡ ਫੜੀ ਸੀ ਤੁਸੀਂ, ਪਰ ਖੜ ਦਿੱਤੀ ਗਏ। ਸੇ ਭੱਜ ਲਏ। ਹੁਣ ਸਿੱਧਾ ਗੋਬਿੰਦ ਧਾਮ ਖੜਨਗੇ ਆ ਕੇ ਨਿਊਜ਼ ਐਕਸਕਲੂਸਿਵ ਦੇ ਨਾਲ। ਚਲੋ ਪ੍ਰੈਸ ਰਿਪੋਰਟਰ ਖੜ ਗਏ। ਖੇਰਾਂ ਤਾਂ ਉਹਦੇ ਪਿਕਅਪ ਪੂਰੀ ਭਰਦੇ ਆ। ਫਿਰ ਹੌਲੀ ਚਲੋ, ਰੱਬ ਦਾ ਨਾਮ ਲੈ ਕੇ ਚੜੀ ਚਲੋ। ਵਾਹਿਗੁਰੂ। ਅਰੇ ਆ ਕੀ ਲਿਖਿਆ? ਖੜੀ ਚੜਾਈ ਹੈ, ਕਿਰਪਾ ਧੀਰੇ ਚਲੇ। ਹੁਣ ਇਹਨਾਂ ਨੂੰ ਇਹ ਪੁੱਛਿਆ ਕਿੱਥੇ ਤੇਜ਼ ਕੌਣ ਚੱਲੂਗਾ? ਚੱਲ ਪੋ, ਉਹੀ ਬਹੁਤ ਵੱਡੀ ਗੱਲ ਆ ਵੀ। कोई चीज़ में हम देख रहे हैं बार ਤਿਤਲੀਆਂ ਅਟਕੇਲੀਆਂ ਕਰਦੀਆਂ ਹੋਈਆਂ ਆਪਸ ਚ। ਦੋਨੇ ਇਕੱਠੀਆਂ ਜਾ ਰਹੀਆਂ ਸਹੇਲੀਆਂ।
ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੇ ਰਸਤੇ ਦੇ ਵਿੱਚ ਹਰ 1 ਕਿਲੋਮੀਟਰ 2 ਕਿਲੋਮੀਟਰ ਦੇ ਵਿੱਚ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਢਾਬੇ ਬਣੇ ਹੋਏ ਨੇ ਜਿੱਥੇ ਕਿ ਮੁਸਾਫਰਾਂ ਦੇ ਲਈ ਖਾਣ ਪੀਣ ਦੀ ਸੁਵਿਧਾ ਵੀ ਹੁੰਦੀ ਹੈ। 2 ਘੜੀ ਬੈਠ ਕੇ ਆਰਾਮ ਵੀ ਕਰ ਸਕਦੇ ਆ। ਮੈਗੀ, ਕੋਲਡ ਡਰਿੰਕ ਵਗੈਰਾ ਉੱਥੇ ਆਸਾਨੀ ਨਾਲ ਮਿਲ ਜਾਂਦਾ ਹੈ। ਦੇਖਦੇ ਹੁਣ ਸਾਡੇ ਸਾਥੀ ਦੀ ਟੈਂਕੀ ਖਤਮ ਹੋ ਗਈ ਪਾਣੀ ਦੀ। ਨਹੀਂ ਨਹੀਂ, ਲੱਸੀ ਸਿਰਫ ਪਾਣੀ ਦੇ। ਹਾਂ, ਪਾਣੀ ਦੀ ਕਿ ਬੋਤਲ ਦੇ ਦਿਓ ਬਸ। ਲੱਸੀ ਨਹੀਂ ਪੀਣੀ ਨਹੀਂ ਨਹੀਂ ਨਹੀਂ, ਸੀ ਠੰਡਾ ਜੀ ਬਸ, ਸਿਰਫ ਪਾਣੀ ਬਸ। ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨਹੀਂ ਦਿੰਦੇ, ਹੋਮੇ ਦੀ ਪੰਡ ਬਾਹਰ ਲਵਾ ਲੈਣ ਅੰਦਰ ਲਿਆਉਣ ਨਹੀਂ ਦਿੰਦੇ। ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨਹੀਂ ਦਿੰਦੇ, ਹੋਮੇ ਦੀ ਪੰਡ ਬਾਹਰ ਲਵਾ ਲੈਣ ਅੰਦਰ ਲਿਆਉਣ ਨਹੀਂ ਦਿੰਦੇ। ਇਹ ਗੱਠੜੀ ਪਾਰ ਸਿਰੇ ਤੇ ਲਾ ਕੇ ਸੁੱਟ ਗੁਮਾਨ ਕੁੜੇ, ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ, ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ, ਇਸ ਜਹਾਨੋਂ ਉਸ ਨਗਰ ਵੱਲ। ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹੈ, ਸ਼ਾਇਦ ਤੁਹਾਨੂੰ ਪਤਾ ਲੱਗ ਰਿਹਾ ਹੋਵੇ। ਪੱਥਰ ਕਿੱਲੇ ਹੋ ਗਏ। ਇੱਥੋਂ ਦਾ ਇਹੀ ਮੌਸਮ ਹੈ, ਸਵੇਰੇ ਧੁੱਪ, ਬੱਦਲ ਬਣਦੇ ਦੁਪਹਿਰ ਤੱਕ, ਦੁਪਹਿਰ ਤੋਂ ਬਾਅਦ ਬਾਰਿਸ਼ਾਂ। ਸਾਡੇ ਸਾਥੀ ਹੌਲੀ ਹੌਲੀ ਸਲੋ ਮੋਸ਼ਨ ਦੇ ਵਿੱਚ ਆ ਰਹੇ ਨੇ। ਫੇਰ ਖੜ ਗਏ। ਇਹ ਉਹ ਥਾਂ ਲਗਭਗ ਜਿੱਥੇ ਹਰ ਰੋਜ਼ ਮੀਂਹ ਪੈਂਦਾ। ਤੁਹਾਨੂੰ ਜਦੋਂ ਦਿਖਾਉਂਦੇ ਹਾਂ, ਦੇਖੋ ਇੱਧਰ ਦਰਖਤਾਂ ਦੇ ਉੱਪਰ ਵੀ ਕਾਈ ਜੰਮੀ ਹੋਈ ਹੈ, ਪੱਥਰਾਂ ਦੇ ਉੱਪਰ ਵੀ। ਇਹਨੂੰ ਹਰੇਵਾਈ ਕਹਿ ਦਿੰਦੇ ਆਪਾਂ। ਦਰਖਤ ਦਾ ਤਣਾ ਵੀ ਜੋ ਹੈ ਹਰਾ ਹਰਾ ਹੋਇਆ ਪਿਆ, ਪੱਥਰ ਵੀ ਹਰੇ ਹੋਏ ਪਏ ਨੇ, ਕਿਉਂਕਿ ਬੈਂਚ ਵੀ ਜੋ ਹੈ ਉਹ ਵੀ ਪੂਰੇ ਹਰੇ ਹਰੇ ਨੇ। ਆਗੇ ਵੀ ਸਵੈਟਰਾਂ ਸੀ ਇਹਨਾਂ ਕੋਲੇ, ਪਹਿਲਾਂ ਪਾਈਆਂ, ਫਿਰ ਢਿੱਡ ਦੇ ਬੰਨੀਆਂ, ਹੁਣ ਸਿਰ ਤੇ ਲੈ ਲਈਆਂ। ਮਲਟੀਪਰਪਸ। ਹਾਂ, ਕਿਉਂਕਿ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਨਾ, ਤਾਂ बरसात फिर शुरू हो गई, मींह स्टार्ट। और तो एक चीज़ आई है, आ की चीज़ है, सारे ने ना देख के को दसियो कि की चीज़ है, जो कमेंट करके जरूर दसियो। बड़ियां अजब चीज़ां, गजब चीज़ां देखते हैं इत्थे आके। हरियाली पूरी, ग्रीनरी पूरी, बारिश हो रही है, तो असीं चलते चलते आ रहे हैं उस परमात्मा का नाम लेंदे हुए। साडे साथी साडे नाल ही ने। कुछ दो शब्द कदों आऊगा गोविंद धाम। पुछ रहे हैं कदों आऊगा गोविंद धाम। सस्पेंस बनया होया है एक कले कले कदम थे। चलो मिलने तो अगे। चल जिंदिए चल उठ चलिए तुर चलिए,
ਬਰਸਾਤ ਹੋ ਰਹੀ ਸੀਗੀ, ਫਿਰ ਇੱਕ ਸਾਈਡ 'ਚ ਖੜ ਗਏ। ਸਾਡੇ ਮੈਡਮ ਜੀ ਚਾਹ ਦੇ ਸੂਟੇ ਵੀ ਭਰ ਰਹੇ ਨੇ, ਨਾਲੇ ਅੱਗ ਦੇ ਮਜ਼ੇ ਵੀ ਲੈ ਰਹੇ ਨੇ। ਟੈਗ ਮਾਰ ਕੇ ਮੈਂ ਉੱਠ ਜਾਵਾ ਇਸ ਤਰ੍ਹਾਂ ਜਦੋਂ ਟੈਗ ਚਾੜੀ ਉਦੋਂ ਟੈਗ ਨਾਲ ਲੱਗਾ ਹੋਇਆ ਟੈਗ 95 ਜੈਕ ਉਹ ਨੂੰ ਚੱਕੂ ਲਾ ਹੋਵੇ ਨੂੰ ਇਹ ਚੱਕੂ ਕੇ ਕੀ ਲਾਈਟ ਵਿੱਚ ਲਾਈਟ ਰਹੀ ਕਿਉਂ ਲਾਈਟ ਹੈ ਚੱਕੂ ਕਿਉਂ ਗਈ ਜਾਣ ਨੂੰ ਚੱਕੂ ਬਹੁਤ ਮਜ਼ਾ ਆ ਰਿਹਾ ਇੰਜੋਏ ਕਰ ਰਹੇ ਹਾਂ ਇੰਜੋਏ ਕਰਨਾ ਵੀ ਚਾਹੀਦਾ ਵੀ ਆਹੀ ਟਾਈਮ ਸਮਾਂ ਜਾ ਹੁੰਦਾ ਹੈ। ਜ਼ਰੂਰੀ ਨਹੀਂ ਕਿ ਐਡਵੈਂਚਰ ਵਰਲਡ ਦੇ ਉੱਪਰ ਹੀ ਹੋਵੇ, ਬਿਲਕੁਲ ਤੁਰ ਕੇ ਵੀ ਹੁੰਦਾ ਕਈ ਵਾਰੀ, ਜਿਵੇਂ ਅੱਜ ਹੋ ਰਿਹਾ ਹੈ। ਤੁਰ ਤੋਂ ਹੋਇਆ ਤੇ ਅੱਜ ਹੋਇਆ अबे ये क्या बनाया इसने? मौसम देखो कितना शानदार होया पिया। ਅਸੀਂ ਇਸ ਵਕਤ ਬੱਦਲਾਂ ਦੇ ਵਿੱਚ ਆ। ਆਜੋ ਭੱਜਿਆ ਜਲਦੀ ਕਰਦੇ ਸੀਗੇ ਜੋਗਰ ਪਾਰਕ ਜਾਂਦੇ ਹੁੰਦੇ ਆ। ਦੇਖ ਲਓ ਅੱਧਾ ਘੰਟਾ ਖੜੇ ਨੇ ਅਸੀਂ। मौसम बहुत वधिया है, शानदार जानदार। आ जाओ चलिए अगे। फाइनली गुरुद्वारा श्री हेमकुंड साहब गोविंद धाम पहुँच गए हाँ। देखो तो साढ़े साथी इधर लाइट से थोड़ा जा देखते नहीं पे। आज बहुत हालात माड़े हुए सुबह पहले भीज गए वो तो बाद शूज टुट गए ਹੁਣੇ ਤੁਹਾਨੂੰ ਬੜੀ ਹੈਰਾਨ ਖੁਸ਼ੀ ਹੋਈ ਸਾਰਿਆਂ ਨੂੰ ਜਾਣ ਕੇ ਬੁੱਟਾਂ ਦੀ ਸ਼ੋਪਿੰਗ ਕਰਕੇ ਆਏ ਨੇ। ਦੇਖੋ ਦੇਖਦੇ ਨਹੀਂ ਪਏ। ਚੰਪੋ ਹਾਂ ਚਲੋ ਮਿਲਦੇ ਤੁਹਾਨੂੰ ਕੱਲ੍ਹ ਨੂੰ ਸਵੇਰੇ ਯਾਤਰਾ 'ਚ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ। ਰਾਮ ਗੁੱਡ ਨਾਈਟ ਟੇਕ ਕੇਅਰ।